ਸਟਾਰਟ। ਕੇਂਦਰ ਸਰਕਾਰ ਹੁਣ ਅਜਿਹਾ ਕਾਨੂੰਨ ਬਣਾਉਣ 'ਤੇ ਉਤਾਰੂ ਹੋ ਗਈ ਹੈ ਜੋ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਗੂੰਗਾ ਅਤੇ ਬੋਲਾ ਬਣਾ ਕੇ ਹੀ ਛੱਡੇਗੀ ਡੰਡੀ। ਦਿੱਲੀ ਦੀ ਇਹ ਸਰਕਾਰ ਹੁਣ ਆਪ ਦੀ ਸਰਕਾਰ ਨਹੀਂ ਕਹਾਏਗੀ ਡੰਡੀ, ਉਹ ਹੋਵੇਗੀ ਉਪ ਰਾਜਪਾਲ ਦੀ ਸਰਕਾਰ, ਭਾਵ ਦਿੱਲੀ ਦੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨਹੀਂ, ਸਗੋਂ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਨਿਯੁਕਤ ਅਫਸਰ ਦੀ ਸਰਕਾਰ ਡੰਡੀ। ਦਿੱਲੀ ਦੇ ਲੋਕਾਂ ਦਾ ਇਸ ਤੋਂ ਵੱਡਾ ਅਪਮਾਨ ਹੋਰ ਕੀ ਹੋਵੇਗਾ। ਪ੍ਰਸ਼ਨ ਚਿੰਨ੍ਹ ਇਹ ਤਾਂ ਉਂਝ ਹੀ ਹੋਇਆ ਜਿਵੇਂ ਬਰਤਾਨਵੀ ਰਾਜ ਵੇਲੇ ਹੁੰਦਾ ਸੀ ਡੰਡੀ। ਲੰਡਨ ਵੱਲੋਂ ਥਾਪੇ ਗਏ ਵਾਇਸਰਾਏ ਨੂੰ ਹੀ ਸਰਕਾਰ ਮੰਨਿਆ ਜਾਂਦਾ ਸੀ ਅਤੇ ਕਥਿਤ ਮੰਤਰੀ ਮੰਡਲ ਤਾਂ ਸਿਰਫ ਹਾਥੀ ਦੇ ਦਿਖਾਉਣ ਵਾਲੇ ਦੰਦ ਵਾਂਗ ਹੁੰਦਾ ਸੀ ਡੰਡੀ। ਆਪਣੇ ਆਪ ਨੂੰ ਅੰਤਰ ਰਾਸ਼ਟਰਵਾਦੀ ਪਾਰਟੀ ਕਹਾਉਣ ਵਾਲੀ ਭਾਜਪਾ ਇਹ ਗੈਰ ਰਾਸ਼ਟਰੀ ਕੰਮ ਕਿਉਂ ਕਰ ਰਹੀ ਹੈ, ਸਮਝ 'ਚ ਨਹੀਂ ਆਉਂਦਾ ਡੰਡੀ। ਉਸ ਦੇ ਦਿਲ 'ਚ ਕਿਤੇ ਇਹ ਡਰ ਤਾਂ ਨਹੀਂ ਬੈਠ ਗਿਆ ਕਿ ਅਰਵਿੰਦ ਕੇਜਰੀਵਾਲ ਕਿਤੇ ਮੋਦੀ ਦਾ ਤੰਬੂ ਹੀ ਨਾ ਉਖਾੜ ਦੇਵੇ ਡੰਡੀ। ਦੇਸ਼ 'ਚ ਅੱਜ ਇੱਕ ਵੀ ਨੇਤਾ ਅਜਿਹਾ ਨਹੀਂ ਹੈ ਜੋ ਮੋਦੀ ਦੇ ਮੁਕਾਬਲੇ ਖੜਾ ਹੋ ਸਕੇ ਡੰਡੀ। ਸਭ ਵਿਰੋਧੀ ਮੁੱਖ ਮੰਤਰੀਆਂ 'ਚ ਕੇਜਰੀਵਾਲ ਇਸ ਸਮੇਂ ਸਭ ਤੋਂ ਵੱਧ ਚਰਚਿਤ ਅਤੇ ਸ਼ਲਾਘਾ ਦੇ ਪਾਤਰ ਨੇਤਾ ਹਨ ਡੰਡੀ। ਦਿੱਲੀ ਛੋਟਾ ਸੂਬਾ ਹੈ, ਕੇਂਦਰ ਪ੍ਰਸ਼ਾਸਿਤ ਖੇਤਰ ਹੈ ਡੰਡੀ, ਫਿਰ ਵੀ ਦਿੱਲੀ ਤਾਂ ਦਿੱਲੀ ਹੈ ਡੰਡੀ। ਇਸ ਦੇ ਮੁੱਖ ਮੰਤਰੀ ਨੂੰ ਦੇਸ਼ 'ਚ ਵਧੇਰੇ ਪ੍ਰਚਾਰ ਮਿਲਦਾ ਹੈ ਡੰਡੀ। ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਹੋਈਆਂ ਉਪ ਚੋਣਾਂ ਅਤੇ ਸਥਾਨਕ ਅਦਾਰਿਆਂ ਦੀਆਂ ਚੋਣਾਂ 'ਚ ਵੀ ਭਾਜਪਾ ਨੂੰ ਪਛਾੜਿਆ ਹੈ ਡੰਡੀ। ਪੈਰਾ ਕੇਜਰੀਵਾਲ ਦੀ ਵੱਧਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਕੇਂਦਰ ਸਰਕਾਰ ਇਹ ਜੋ ਨਵਾਂ ਕਾਨੂੰਨ ਲਿਆ ਰਹੀ ਹੈ ਉਹ ਭਾਜਪਾ ਦੇ ਵਕਾਰ ਨੂੰ ਸੱਟ ਮਾਰੇਗਾ ਡੰਡੀ। ਪੁਡੂਚੇਰੀ 'ਚ ਕਿਰਨ ਬੇਦੀ ਅਤੇ ਦਿੱਲੀ 'ਚ ਉਪ ਰਾਜਪਾਲ ਨੇ ਸਥਾਨਕ ਸਰਕਾਰਾਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਅਪਣਾਇਆ ਹੈ ਉਹ ਕਿਸੇ ਵੀ ਸਿਹਤਮੰਦ ਲੋਕ ਰਾਜ ਲਈ ਸ਼ੋਭਨੀਕ ਹੈ ਡੰਡੀ। ਹੁਣ ਤੱਕ ਦਿੱਲੀ ਦੀ ਵਿਧਾਨ ਸਭਾ ਸਿਰਫ 3 ਮਾਮਲਿਆਂ 'ਚ ਕਾਨੂੰਨ ਨਹੀਂ ਬਣਾ ਸਕਦੀ ਸੀ, ਪੁਲਿਸ, ਅਮਨ ਕਾਨੂੰਨ ਦੀ ਸਥਿਤੀ ਅਤੇ ਜ਼ਮੀਨ, ਪਰ ਹੁਣ ਹਰ ਕਾਨੂੰਨ ਲਈ ਉਸ ਨੂੰ ਉਪ ਰਾਜਪਾਲ ਕੋਲੋਂ ਸਹਿਮਤੀ ਲੈਣੀ ਹੋਵੇਗੀ ਡੰਡੀ। ਉਪ ਰਾਜਪਾਲ ਕਿਸੇ ਵੀ ਬਿੱਲ ਨੂੰ ਕਾਨੂੰਨ ਬਣਨ ਤੋਂ ਰੋਕ ਸਕਦਾ ਹੈ ਡੰਡੀ। ਇਸ ਨਵੇਂ ਬਿੱਲ ਨੂੰ ਲਿਆਉਂਦੇ ਸਮੇਂ ਕੇਂਦਰ ਨੇ ਇਹ ਵੀ ਕਿਹਾ ਹੈ ਕਿ ਇਹ ਸਾਰੀ ਵਿਵਸਥਾ ਸੁਪਰੀਮ ਕੋਰਟ ਦੇ 4 ਜੁਲਾਈ 2018 ਦੇ ਫੈਸਲੇ ਮੁਤਾਬਕ ਕੀਤੀ ਗਈ ਹੈ, ਪਰ ਜੇਕਰ ਤੁਸੀਂ ਸੰਵਿਧਾਨਕ ਬੈਂਚ ਦੇ ਉਸ ਫੈਸਲੇ ਨੂੰ ਪੜ੍ਹੋ ਤਾਂ ਤੁਹਾਨੂੰ ਉਹਨਾਂ ਅਧਿਕਾਰੀਆਂ ਦੀ ਅਕਲ 'ਤੇ ਤਰਸ ਆਉਣ ਲੱਗੇਗਾ ਜਿਨ੍ਹਾਂ ਨੇ ਇਹ ਬਿੱਲ ਤਿਆਰ ਕੀਤਾ ਅਤੇ ਗ੍ਰਹਿ ਮੰਤਰੀ ਨੂੰ ਫੜਾ ਦਿੱਤਾ ਹੈ ਡੰਡੀ। ਇਹ ਬਿੱਲ ਉਸ ਫੈਸਲੇ ਦੀ ਸਰਾਸਰ ਉਲੰਘਣਾ ਹੈ ਡੰਡੀ। ਹੋ ਸਕਦਾ ਹੈ ਕਿ ਇਸ
ਅਵੇਕ ਪੂਰਨ ਬਿੱਲ ਨੂੰ ਲੋਕ ਸਭਾ ਪਾਸ ਕਰ ਦੇਵੇ ਅਤੇ ਇਸ 'ਤੇ ਢੁਕਵੀਂ ਬਹਿਸ ਵੀ ਨਾ ਹੋਵੇ, ਪਰ ਸੁਪਰੀਮ ਕੋਰਟ ਇਸ ਨੂੰ ਰੱਦ ਕੀਤੇ ਬਿਨਾ ਨਹੀਂ ਰਹਿ ਪਾਏਗੀ। ਡੰਡੀ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤਾਂ ਲੋਕਾਂ ਦੀ ਅਦਾਲਤ ਹੁੰਦੀ ਹੈ। ਡੰਡੀ ਦਿੱਲੀ ਦੇ ਲੋਕਾਂ ਦੀ ਅਦਾਲਤ 'ਚ ਭਾਜਪਾ ਨੇ ਖੁਦ ਨੂੰ ਸਜ਼ਾ ਦਿਵਾਉਣ ਦਾ ਪੱਕਾ ਪ੍ਰਬੰਧ ਕਰ ਲਿਆ ਹੈ। ਡੰਡੀ ਸਟਾਰ ਜਿੱਥੇ ਦੇਸ਼ ਵਿੱਚ ਕਰੋਨਾ ਮਹਾਮਾਰੀ ਕਾਰਨ ਰੁਜ਼ਗਾਰ ਦੇ ਮੌਕੇ ਘੱਟ ਹੋ ਗਏ ਹਨ, ਉੱਥੇ ਭਾਰਤ ਦੇ ਉਦਯੋਗਿਕ ਉਤਪਾਦਨ ਵਿੱਚ ਵੀ ਗਿਰਾਵਟ ਆਈ ਹੈ। ਡੰਡੀ ਬੀਤੇ ਦਿਨੀ ਜਾਰੀ ਕੀਤੇ ਗਏ ਉਦਯੋਗਿਕ ਉਤਪਾਦਨ ਸੂਚਕ ਅੰਕ ਦੇ ਅੰਕੜਿਆਂ ਮੁਤਾਬਕ ਨਿਰਮਾਣ ਖੇਤਰ ਵਿੱਚ ਉਤਪਾਦਨ ਜਨਵਰੀ 2021 ਵਿੱਚ 2% ਘਟਿਆ ਹੈ, ਜਦੋਂ ਕਿ ਇਸੇ ਮਹੀਨੇ ਖਨਨ ਉਤਪਾਦਨ ਵਿੱਚ 3.7% ਦੀ ਕਮੀ ਆਈ ਹੈ। ਡੰਡੀ ਦੂਜੇ ਪਾਸੇ ਲਗਾਤਾਰ ਵੱਧ ਰਹੀ ਮਹਿੰਗਾਈ ਆਮ ਆਦਮੀ ਦੀ ਕਮਰ ਸਿੱਧੀ ਨਹੀਂ ਹੋਣ ਦੇ ਰਹੀ। ਡੰਡੀ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੇ ਸੜਕ ਤੋਂ ਰਸੋਈ ਤੱਕ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਡੰਡੀ ਸਿਰਫ ਪਿਛਲੇ 32 ਦਿਨਾਂ ਵਿੱਚ ਹੀ ਦੇਸ਼ ਵਿੱਚ ਘਰੇਲੂ ਗੈਸ ਦੀਆਂ ਕੀਮਤਾਂ ਵਿੱਚ 4 ਵਾਰ ਵਾਧਾ ਕੀਤਾ ਗਿਆ ਅਤੇ ਸਿਲੰਡਰ ਦੀ ਕੀਮਤ ਵਿੱਚ 125 ਰੁਪਏ ਦਾ ਵਾਧਾ ਹੋ ਗਿਆ ਹੈ। ਡੰਡੀ ਕੇਂਦਰ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਖਪਤਕਾਰ ਕੀਮਤ ਸੂਚਕ ਅੰਕ CPI 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਫਰਵਰੀ ਵਿੱਚ ਵੱਧ ਕੇ 5.3% ਦੇ ਉੱਚ ਸਿਖਰ ਤੇ ਪਹੁੰਚ ਗਈ ਹੈ, ਜਦੋਂ ਕਿ ਇੱਕ ਮਹੀਨਾ ਪਹਿਲਾਂ ਜਨਵਰੀ ਮਹੀਨੇ ਵਿੱਚ ਇਹ 4.06% ਸੀ। ਡੰਡੀ ਪ੍ਰਚੂਨ ਮਹਿੰਗਾਈ ਵਧਣ ਲਈ ਮੁੱਖ ਰੂਪ ਨਾਲ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਜ਼ਿੰਮੇਵਾਰ ਹੈ। ਡੰਡੀ ਇਹ ਗੱਲ ਵਰਣਨਯੋਗ ਹੈ ਕਿ ਅਕਤੂਬਰ ਮਾਰਚ 2016 ਤੋਂ ਲੈ ਕੇ ਸਾਲ 2020 ਦਰਮਿਆਨ ਪ੍ਰਚੂਨ ਮਹਿੰਗਾਈ ਔਸਤ 3.9% ਰਹੀ ਸੀ। ਡੰਡੀ ਇਸੇ ਤਰ੍ਹਾਂ ਥੋਕ ਕੀਮਤ ਸੂਚਕ ਅੰਕ ਆਧਾਰਿਤ ਮਹਿੰਗਾਈ ਵੀ ਫਰਵਰੀ 2021 ਵਿੱਚ ਵੱਧ ਕੇ 4.17% ਹੋ ਗਈ, ਜੋ ਸਿਰਫ ਇੱਕ ਮਹੀਨਾ ਪਹਿਲਾਂ ਜਨਵਰੀ 2021 ਵਿੱਚ 2.03% ਸੀ ਅਤੇ ਦਸੰਬਰ 2020 ਵਿੱਚ ਇਸ ਤੋਂ ਵੀ ਘੱਟ ਭਾਵ 1.22% ਸੀ। ਡੰਡੀ ਫਰਵਰੀ ਮਹੀਨੇ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ 1.36% ਵਧੀਆਂ ਹਨ। ਡੰਡੀ ਮੁੱਖ ਰੂਪ ਨਾਲ ਦਾਲਾਂ, ਰਿਫਾਈਨਡ ਤੇਲ, ਘਿਓ ਅਤੇ ਮਸਾਲਿਆਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਡੰਡੀ ਪ੍ਰਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਅਨੁਸਾਰ ਫਰਵਰੀ ਵਿੱਚ ਥੋਕ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਵੱਧ ਕੇ ਪਿਛਲੇ 27 ਮਹੀਨਿਆਂ ਦੇ ਸਭ ਤੋਂ ਉੱਚੇ ਸਿਖਰ 'ਤੇ ਪਹੁੰਚ ਗਈ ਹੈ। ਡੰਡੀ ਇਸ 'ਤੇ ਕੌਮਾਂਤਰੀ ਬਾਜ਼ਾਰ ਵਿੱਚ ਵੱਖ-ਵੱਖ ਵਸਤਾਂ, ਕੱਚੇ ਤੇਲ ਅਤੇ ਈਂਧਣ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਇਲਾਵਾ ਖਾਣ ਪੀਣ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਪਿਆ ਹੈ। ਡੰਡੀ ਅਦਿਤੀ ਨਾਇਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਗਲੇ
3 ਮਹੀਨਿਆਂ ਵਿੱਚ ਵੱਖ-ਵੱਖ ਵਸਤਾਂ ਦੀਆਂ ਕੀਮਤਾਂ ਵਿੱਚ ਉਛਾਲ ਆਉਣ ਦੇ ਸਿੱਟੇ ਵਜੋਂ ਥੋਕ ਮਹਿੰਗਾਈ ਦਰ ਵਿੱਚ ਹੋਰ ਵਾਧਾ ਹੋਵੇਗਾ ਅਤੇ ਰਾਹਤ ਮਿਲਣ ਦੀ ਸੰਭਾਵਨਾ ਬਿਲਕੁਲ ਨਹੀਂ ਹੈ। ਡੰਡੀ ਇਹੀ ਨਹੀਂ, ਇਸ ਸਾਲ ਉਤਪਾਦਨ ਘਟਣ ਅਤੇ ਬਰਾਮਦ ਵਧਣ ਦੇ ਸਿੱਟੇ ਵਜੋਂ ਖੇਤੀਬਾੜੀ ਖੇਤਰ ਅਧੀਨ ਆਉਣ ਵਾਲੇ ਵੱਖ-ਵੱਖ ਮਸਾਲਿਆਂ ਦੀਆਂ ਕੀਮਤਾਂ ਵਿੱਚ ਵੀ ਔਸਤ 40% ਤੱਕ ਦੀ ਤੇਜ਼ੀ ਆਈ ਹੈ, ਜਦੋਂ ਕਿ ਜਾਣਕਾਰਾਂ ਮੁਤਾਬਕ ਅੱਗੇ ਚੱਲ ਕੇ ਇਹਨਾਂ ਦੀਆਂ ਕੀਮਤਾਂ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਡੰਡੀ ਹਮੇਸ਼ਾ ਤੁਹਾਡੇ ਨਾਲ, ਤੁਹਾਡੇ ਲਈ ਇਸ ਨਾਅਰੇ ਨੂੰ ਪਿਛਲੇ ਹਫ਼ਤੇ ਤਾਰ-ਤਾਰ ਹੁੰਦਾ ਦੇਖਿਆ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਆਮ ਆਦਮੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ, ਉਹਨਾਂ ਨੇ ਹੀ ਆਮ ਆਦਮੀ 'ਤੇ ਅਤਿਆਚਾਰ ਕੀਤਾ ਅਤੇ ਉਸ 'ਚ ਸਰਗਰਮ ਭਾਈਵਾਲ ਬਣੇ। ਡੰਡੀ ਇਸ ਸਵਾਲ ਲੋਕਾਂ ਨੂੰ ਝੰਜੋੜ ਹੀ ਰਿਹਾ ਸੀ ਕਿ ਮੁੰਬਈ ਪੁਲਿਸ ਦੇ ਅਸਿਸਟੈਂਟ ਇੰਸਪੈਕਟਰ ਸਚਿਨ ਵਾਜੇ ਦੀ ਗ੍ਰਿਫਤਾਰੀ ਦੀ ਖਬਰ ਆ ਗਈ। ਡੰਡੀ ਸਚਿਨ ਨੂੰ ਕੌਮੀ ਜਾਂਚ ਏਜੰਸੀ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਧਮਾਕੇਖੇਜ ਸਮੱਗਰੀ ਨਾਲ ਭਰੀ ਸਕਾਰਪੀਓ ਕਾਰ ਦੀ ਜਾਂਚ ਅਤੇ ਇਸ ਸੰਬੰਧੀ ਕਥਿਤ ਸ਼ੱਕੀ ਥਾਣੇ ਸਥਿਤ ਵਪਾਰੀ ਸਨਮੁਖ ਹੀਰੇਨ ਦੀ ਹੱਤਿਆ ਦੇ ਸਬੰਧ 'ਚ ਗ੍ਰਿਫਤਾਰ ਕੀਤਾ। ਡੰਡੀ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਲੋਕਾਂ ਦੇ ਰਕਸ਼ਕ ਹੈ ਜਾਂ ਭਖਸ਼ਕ। ਡੰਡੀ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ 'ਚ 3 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ, ਕਿਉਂਕਿ ਉਹਨਾਂ ਨੇ 13 ਸਾਲ ਦੇ ਇੱਕ ਬੱਚੀ ਦੇ ਸਮੂਹਿਕ ਜਬਰ ਜਨਾਹ ਅਤੇ ਇੱਕ ਪੁਲਿਸ ਮੁਲਾਜ਼ਮ ਦੇ 2 ਪੁੱਤਰਾਂ ਵੱਲੋਂ ਉਸ ਦੇ ਪਿਤਾ ਦੀ ਹੱਤਿਆ ਦੇ ਮਾਮਲੇ 'ਚ ਲਾਪਰਵਾਹੀ ਵਰਤੀ। ਡੰਡੀ ਪੁਲਿਸ ਦੇ ਅਤਿਆਚਾਰਾਂ ਦੀ ਸੂਚੀ ਇੱਥੇ ਹੀ ਖਤਮ ਨਹੀਂ ਹੁੰਦੀ। ਡੰਡੀ ਉਹ ਕਿਸੇ ਪ੍ਰਤੀ ਜ਼ਿੰਮੇਵਾਰ ਨਹੀਂ ਹਨ ਅਤੇ ਨਿਡਰ ਹੋ ਕੇ ਅਤਿਆਚਾਰ ਕਰਦੇ ਹਨ। ਡੰਡੀ ਕਿਸੇ ਵੀ ਮੁਹੱਲੇ, ਜ਼ਿਲ੍ਹੇ ਜਾਂ ਸੂਬੇ 'ਚ ਚਲੇ ਜਾਓ, ਇਹ ਸਥਿਤੀ ਵੇਖਣ ਨੂੰ ਮਿਲਦੀ ਹੈ। ਡੰਡੀ ਮਹਾਰਾਸ਼ਟਰ 'ਚ ਪੁਲਿਸ ਮੁਲਾਜ਼ਮ ਦਇਆ ਨਾਇਕ ਅਤੇ ਉਸਦੇ ਸਹਿਯੋਗੀ ਤੋਂ ਲੈ ਕੇ ਜੋ ਸਮਾਜ ਦੀ ਸੇਵਾ ਕਰਨ ਦੇ ਬਜਾਏ ਆਪਣੇ ਹਿੱਤਾਂ ਨੂੰ ਦੇਖਦੇ ਸਨ, ਅਤੇ ਉੱਤਰ ਪ੍ਰਦੇਸ਼ ਵਿਖੇ ਜਿੱਥੇ ਪੁਲਿਸ 'ਤੇ ਬਰੀਕੀਆਂ ਕਰਨ ਦਾ ਦੋਸ਼ ਲੱਗਦਾ ਰਹਿੰਦਾ ਹੈ। ਡੰਡੀ ਕਰਨਾਟਕ 'ਚ ਬੇਹੱਦ ਸਰਗਰਮ ਪੁਲਿਸ ਫੋਰਸ ਸੂਬੇ 'ਚ ਧਾਰਾ 144 ਲਾਗੂ ਕਰਕੇ ਵਿਰੋਧ ਵਿਖਾਵਿਆਂ ਦਾ ਦਮਨ ਕਰਦੀ ਹੈ। ਡੰਡੀ ਹਿੰਸਾ ਪੀੜਤ ਸੂਬਿਆਂ 'ਚ ਪੁਲਿਸ ਮੁਲਾਜ਼ਮ ਸਰਕਾਰ ਦੇ ਹਥਿਆਰ ਵਿੰਗ ਵਾਂਗ ਕੰਮ ਕਰਦੇ ਹਨ ਅਤੇ ਅੱਤਵਾਦ ਰੋਕੂ ਸਰਗਰਮੀਆਂ ਦੇ ਆੜ 'ਚ ਗੈਰ ਕਾਨੂੰਨੀ ਕਤਲਾਂ 'ਚ ਸ਼ਾਮਲ ਪਾਏ ਜਾਂਦੇ ਹਨ। ਡੰਡੀ ਪਾਰਾ ਪੁਲਿਸ ਕਮਿਸ਼ਨ ਦੀ ਇੱਕ ਰਿਪੋਰਟ ਮੁਤਾਬਕ ਦੇਸ਼ 'ਚ 60% ਗ੍ਰਿਫਤਾਰੀਆਂ ਬੇਲੋੜੀਆਂ ਹਨ। ਡੰਡੀ 30% ਮੌਤਾਂ ਬੇਤੁਕੀਆਂ ਹਨ। ਡੰਡੀ ਪੁਲਿਸ ਦੇ ਕਾਰਵਾਈ ਕਾਰਨ 43.2% ਜੇਲ੍ਹ ਦਾ ਖਰਚਾ ਆਉਂਦਾ ਹੈ। ਡੰਡੀ ਉਹ ਮੰਨਦੇ ਹਨ ਕਿ ਵਰਦੀ ਉਹਨਾਂ ਨੂੰ ਕਿਸੇ ਨਾਲ ਵਧੀਕੀਕਰਨ ਦਾ
ਲਾਇਸੈਂਸ ਅਤੇ ਸ਼ਕਤੀ ਦੇ ਦਿੰਦੀ ਹੈ ਤੇ ਉਹ ਖੁਦ ਚੋਹੇ ਕਾਨੂੰਨ ਹਨ। ਡੰਡੀ ਸਿੱਟੇ ਵਜੋਂ ਪੁਲਿਸ ਵੱਧ ਤੋਂ ਵੱਧ ਸ਼ਕਤੀਸ਼ਾਲੀ ਬਣਦੀ ਜਾ ਰਹੀ ਹੈ ਅਤੇ ਉਸ ਦੀ ਜਵਾਬਦੇਹੀ ਖਤਮ ਹੁੰਦੀ ਜਾ ਰਹੀ ਹੈ। ਡੰਡੀ ਜੇ ਤੁਸੀਂ ਕਿਸੇ ਤੋਂ ਮੁਕਤੀ ਹਾਸਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਅਤਿਆਚਾਰੀ ਪੁਲਿਸ ਨੂੰ ਬੁਲਾ ਸਕਦੇ ਹੋ। ਡੰਡੀ ਜਬਰ ਜਨਾਹ ਤੋਂ ਲੈ ਕੇ ਅਦਾਲਤ ਦੇ ਬਾਹਰ ਕਿਸੇ ਮੁੱਦੇ ਦੇ ਹੱਲ, ਫਰਜ਼ੀ ਮੁਕਾਬਲਾ, ਹਿਰਾਸਤ 'ਚ ਮੌਤਾਂ, ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਮੌਤਾਂ, ਪੁਲਿਸ ਵਾਲੇ ਇਹਨਾਂ ਸਭ ਕੰਮਾਂ ਨੂੰ ਬਹੁਤ ਵਧੀਆ ਢੰਗ ਨਾਲ ਕਰਦੇ ਹਨ ਅਤੇ ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਦੇਖ ਕੇ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ। ਡੰਡੀ ਫਿਰ ਵੀ ਅਸੀਂ ਆਪਣੇ ਸਮਾਜ ਨੂੰ ਇੱਕ ਸੱਭਿਅਕ ਸਮਾਜ ਕਹਿੰਦੇ ਹਾਂ। ਡੰਡੀ ਇਹ ਨਹੀਂ, ਪੁਲਿਸ ਅਧਿਕਾਰੀ ਅਜਿਹੇ ਮਾਮਲਿਆਂ 'ਚ ਕਦੇ ਵੀ ਦੋਸ਼ੀ ਸਿੱਧ ਨਹੀਂ ਹੁੰਦੇ। ਡੰਡੀ 2005 ਤੋਂ 2010 ਦਰਮਿਆਨ ਪੁਲਿਸ ਹਿਰਾਸਤ 'ਚ 600 ਮੌਤਾਂ ਹੋਈਆਂ ਪਰ ਸਿਰਫ 21 ਪੁਲਿਸ ਮੁਲਾਜ਼ਮਾਂ ਵਿਰੁੱਧ ਦੋਸ਼ ਸਿੱਧ ਹੋ ਸਕੇ। ਡੰਡੀ 2011 ਅਤੇ 2018 ਦਰਮਿਆਨ ਪੁਲਿਸ ਮੁਲਾਜ਼ਮਾਂ ਵਿਰੁੱਧ 807 ਮਾਮਲੇ ਦਰਜ ਕੀਤੇ ਗਏ ਪਰ ਕੋਈ ਵੀ ਦੋਸ਼ੀ ਸਿੱਧ ਨਹੀਂ ਹੋ ਸਕਿਆ। ਡੰਡੀ ਸਟਾਰਟ। ਪਿਛਲੇ 2 ਸਾਲਾਂ 'ਚ ਮਨੁੱਖੀ ਅਧਿਕਾਰ ਦੇ ਉਲੰਘਣ, ਅਤਿਆਚਾਰ, ਗੈਰ ਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖਣਾ, ਜਬਰੀ ਵਸੂਲੀ ਆਦਿ 'ਚ ਪੁਲਿਸ ਮੁਲਾਜ਼ਮਾਂ ਵਿਰੁੱਧ 500 ਮਾਮਲੇ ਦਰਜ ਹੋਏ ਪਰ ਸਿਰਫ 3 ਵਿਅਕਤੀਆਂ ਵਿਰੁੱਧ ਦੋਸ਼ ਸਾਬਤ ਹੋ ਸਕੇ। ਡੰਡੀ ਪੁਲਿਸ ਦੀਆਂ ਵਧੀਕੀਆਂ ਕਾਰਨ ਲੋਕ ਡਰੇ ਰਹਿੰਦੇ ਹਨ। ਡੰਡੀ ਕਿ ਪੁਲਿਸ ਨੂੰ ਉਸ ਤੋਂ ਕਿਤੇ ਵੱਧ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਜਿੰਨੀ ਉਹ ਹੁੰਦੀ ਹੈ। ਡੰਡੀ ਕਿ ਮੁੱਖ ਮੁਲਜ਼ਮ ਸਿਆਸਤਦਾਨ ਹੁੰਦੇ ਹਨ। ਸੱਚਾਈ ਇਹਨਾਂ ਦੋਹਾਂ ਦਰਮਿਆਨ ਦੀ ਹੈ। ਡੰਡੀ ਦੋਵੇਂ ਇੱਕ ਦੂਜੇ ਦੇ ਹਿੱਤਾਂ 'ਚ ਮਿਲ ਕੇ ਕੰਮ ਕਰਦੇ ਹਨ ਅਤੇ ਦੋਵੇਂ ਆਪਣੇ ਆਪਣੇ ਹਿੱਤਾਂ ਨੂੰ ਅੱਗੇ ਵਧਾਉਂਦੇ ਹਨ। ਡੰਡੀ ਇਸ ਕਾਰਨ ਇਹ ਇੱਕ ਅਜਿਹੀ ਵਿਵਸਥਾ ਬਣ ਗਈ ਹੈ ਜਿਸ 'ਚ ਸਿਆਸਤ ਦੇ ਅਪਰਾਧੀਕਰਨ ਦੇ ਅਪਰਾਧ ਦੇ ਸਿਆਸੀਕਰਨ ਨੂੰ ਥਾਂ ਦੇ ਦਿੱਤੀ ਹੈ। ਡੰਡੀ ਜਿਸ ਦੇ ਸਿੱਟੇ ਵਜੋਂ ਸਿਆਸਤਦਾਨ ਅਪਰਾਧੀ ਬਣ ਰਹੇ ਹਨ। ਡੰਡੀ ਪੁਲਿਸ ਬਦਨਾਮ ਹੁੰਦੀ ਜਾਂਦੀ ਹੈ। ਡੰਡੀ ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ 'ਚ ਮੁੱਖ ਮੰਤਰੀ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਨੂੰ ਉਹਨਾਂ ਵਿਰੁੱਧ ਇੱਕ ਡੰਡੇ ਵਜੋਂ ਵਰਤਦੇ ਹਨ ਜੋ ਉਹਨਾਂ ਦੀਆਂ ਗੱਲਾਂ ਨੂੰ ਮੰਨਣ ਤੋਂ ਨਾ ਕਰਦੇ ਹਨ। ਡੰਡੀ ਉਹਨਾਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ। ਸੁਝਾਅ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਹਨ। ਡੰਡੀ ਉੱਤਰ ਪ੍ਰਦੇਸ਼ 'ਚ ਡਿਪਟੀ ਪੁਲਿਸ ਕਮਿਸ਼ਨਰ ਦਾ ਔਸਤ ਕਾਰਜਕਾਲ 3 ਮਹੀਨੇ ਹੈ। ਡੰਡੀ ਇਸ ਸੰਬੰਧੀ ਪੰਜਾਬ ਦਾ ਰਿਕਾਰਡ ਵੀ ਚੰਗਾ ਨਹੀਂ ਹੈ। ਡੰਡੀ ਤਾਮਿਲਨਾਡੂ, ਗੁਜਰਾਤ ਅਤੇ ਕੇਰਲ 'ਚ ਪੁਲਿਸ ਮੁਲਾਜ਼ਮਾਂ ਨੂੰ ਸਥਿਰ ਕਾਰਜਕਾਲ ਦਿੱਤਾ ਜਾਂਦਾ ਹੈ। ਡੰਡੀ ਜਿਸ ਦਾ ਕਾਰਨ ਇਹ ਹੈ ਕਿ ਅੱਜ ਵੀ ਪੁਲਿਸ 1961 ਦੇ ਪੁਲਿਸ ਐਕਟ ਮੁਤਾਬਕ ਕੰਮ ਕਰਦੀ ਹੈ। ਡੰਡੀ ਇਸ ਅਧੀਨ ਵਰਦੀ ਪਾਉਣ ਵਾਲਿਆਂ ਨੂੰ ਆਪਣੇ ਬੌਸ ਦਾ ਆਗਿਆਕਾਰੀ ਅਤੇ ਆਮ ਆਦਮੀ ਦਾ ਵਿਰੋਧੀ ਬਣਾ ਦਿੱਤਾ ਗਿਆ ਹੈ। ਡੰਡੀ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਪੁਲਿਸ 'ਤੇ ਇਸ ਦਾ ਕੰਟਰੋਲ ਹੈ। ਡੰਡੀ ਇਹ ਸੂਬਾ ਸਰਕਾਰ ਦਾ ਹੈ ਜਾਂ ਕਿਸੇ
ਨਿਰਪੱਖ ਸੰਸਥਾ ਦਾ ਡੰਡੀ ਸਾਡੇ ਸੱਤਾਧਾਰੀ ਆਗੂਆਂ ਲਈ ਇਸ ਸਵਾਲ ਦਾ ਜਵਾਬ ਦੇਣਾ ਔਖਾ ਹੈ ਅਤੇ ਉਹਨਾਂ ਕੋਲੋਂ ਇਸ ਸਵਾਲ ਦੇ ਇਮਾਨਦਾਰ ਜਵਾਬ ਦੀ ਉਮੀਦ ਰੱਖਣੀ ਵੀ ਬੇਵਕੂਫੀ ਹੈ। ਡੰਡੀ ਸਾਡੇ ਦੇਸ਼ 'ਚ ਅਜਿਹੇ ਅਪਰਾਧਾਂ 'ਚ ਗ੍ਰਿਫਤਾਰੀ 113% ਤੱਕ ਹੈ ਜਿਨ੍ਹਾਂ 'ਚ ਜ਼ਮਾਨਤ ਦਿੱਤੀ ਜਾ ਸਕਦੀ ਹੈ। ਡੰਡੀ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਇਸ ਮਾਮਲੇ 'ਚ ਸਿੱਕਮ ਸਭ ਤੋਂ ਉੱਪਰ ਹੈ। ਡੰਡੀ ਉਸ ਤੋਂ ਬਾਅਦ ਗੁਜਰਾਤ 'ਚ 99.75% ਅੰਡੇਮਾਨ ਨਿਕੋਬਾਰ 'ਚ 95.8, ਹਰਿਆਣਾ 'ਚ 94, ਅਸਾਮ 'ਚ 90, ਮੱਧ ਪ੍ਰਦੇਸ਼ ਦੇ ਦਮਨ ਦੀਵ 'ਚ 99, ਕਰਨਾਟਕ 'ਚ 84.8 ਅਤੇ ਕੇਰਲ 'ਚ 71% ਅਜਿਹੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਹਨ। ਡੰਡੀ ਫਿਰ ਪੁਲਿਸ ਵਿਵਸਥਾ 'ਚ ਸੁਧਾਰ ਦਾ ਕੀ ਉਪਾਅ ਹੈ? ਸਮਾਂ ਆ ਗਿਆ ਹੈ ਕਿ ਪੁਲਿਸ ਵਿਵਸਥਾ 'ਚ ਢੁਕਵੀਂ ਤਬਦੀਲੀ ਕੀਤੀ ਜਾਏ। ਡੰਡੀ ਪੁਲਿਸ ਦਾ ਆਧੁਨਿਕੀਕਰਨ ਕੀਤਾ ਜਾਏ ਜੋ ਵਧੇਰੇ ਪੇਸ਼ੇਵਰ ਹੋਵੇ, ਪ੍ਰੇਰਿਤ ਹੋਵੇ, ਲੈਸ ਹੋਵੇ ਅਤੇ ਜਿਸ ਨੂੰ ਆਧੁਨਿਕ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਵੇ। ਡੰਡੀ ਪੁਲਿਸ ਸਿਖਲਾਈ 'ਚ ਦੁਨੀਆ ਦੀ ਵਧੀਆ ਪ੍ਰਣਾਲੀ ਨੂੰ ਸ਼ਾਮਲ ਕੀਤਾ ਜਾਵੇ ਅਤੇ ਪੁਲਿਸ ਪ੍ਰਸ਼ਾਸਨ 'ਚ ਢੁਕਵੀਂ ਤਬਦੀਲੀ ਕਰਕੇ ਉਸ ਨੂੰ ਵਧੇਰੇ ਜਵਾਬਦੇਹ ਬਣਾਇਆ ਜਾਵੇ। ਨਾਲ ਹੀ ਸਿਆਸੀ ਦਖਲ ਅੰਦਾਜ਼ੀ ਤੋਂ ਮੁਕਤ ਕੀਤਾ ਜਾਵੇ। ਡੰਡੀ ਸਾਲ 2020 ਵਿੱਚ ਵਧੇਰੇ ਮਸਾਲਿਆਂ ਦੀ ਬਿਜਾਈ ਦੇ ਰਕਬੇ ਵਿੱਚ 5 ਤੋਂ 10% ਤੱਕ ਦੀ ਕਮੀ ਆ ਜਾਣ ਦੇ ਸਿੱਟੇ ਵਜੋਂ ਵੀ ਇਹਨਾਂ ਦੇ ਉਤਪਾਦਨ ਵਿੱਚ ਵੀ 15 ਤੋਂ 20% ਤੱਕ ਗਿਰਾਵਟ ਆ ਜਾਣ ਕਾਰਨ ਕੀਮਤਾਂ ਵਧੀਆਂ ਹਨ। ਡੰਡੀ ਮੰਡੀਆਂ ਵਿੱਚ ਜਨਵਰੀ ਫਰਵਰੀ ਵਿੱਚ ਹਲਦੀ ਦੀ ਕੀਮਤ ਵੱਧ ਕੇ 112 ਰੁਪਏ, ਧਨੀਆ 115 ਰੁਪਏ, ਜੀਰਾ 179 ਰੁਪਏ, ਲਾਲ ਮਿਰਚ 220 ਰੁਪਏ ਅਤੇ ਕਾਲੀ ਮਿਰਚ 490 ਰੁਪਏ ਪ੍ਰਤੀ ਕਿਲੋ ਤੱਕ ਹੋ ਗਈ ਹੈ। ਡੰਡੀ ਕਮਰ ਤੋੜ ਮਹਿੰਗਾਈ ਕਾਰਨ ਆਮ ਆਦਮੀ ਦੀ ਗ੍ਰਸਥੀ ਕਿੰਨੀ ਗੜਬੜਾ ਗਈ ਹੈ, ਇਸ ਦਾ ਅਨੁਮਾਨ ਕੁਝ ਸਮਾਂ ਪਹਿਲਾਂ ਕਰਵਾਏ ਗਏ ਇੱਕ ਸਰਵੇਖਣ ਤੋਂ ਲਾਇਆ ਜਾ ਸਕਦਾ ਹੈ, ਜਿਸ ਵਿੱਚ 66% ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਆਮਦਨ ਅਤੇ ਰੋਜ਼ਾਨਾ ਦੇ ਖਰਚਿਆਂ ਦਰਮਿਆਨ ਤਾਲਮੇਲ ਬਿਠਾਉਣ ਵਿੱਚ ਅਤਿਅੰਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੰਡੀ ਵਧੇਰੇ ਲੋਕਾਂ ਮੁਤਾਬਕ ਉਹਨਾਂ ਦੀ ਆਮਦਨ ਤਾਂ ਸਥਿਰ ਰਹੀ ਪਰ ਖਰਚ ਬਹੁਤ ਵੱਧ ਗਿਆ ਹੈ, ਜਦੋਂ ਕਿ ਕੁਝ ਹੋਰਨਾਂ ਨੇ ਕਿਹਾ ਕਿ ਉਹਨਾਂ ਦਾ ਰੋਜ਼ਾਨਾ ਘਰੇਲੂ ਖਰਚ ਤਾਂ ਵੱਧ ਗਿਆ ਹੈ ਪਰ ਆਮਦਨ ਬਹੁਤ ਘੱਟ ਗਈ ਹੈ। ਡੰਡੀ ਕੁੱਲ ਮਿਲਾ ਕੇ ਅੱਛੇ ਦਿਨਾਂ ਦਾ ਸੁਪਨਾ ਅਜੇ ਤੱਕ ਸੁਪਨਾ ਹੀ ਬਣਿਆ ਹੋਇਆ ਹੈ। ਡੰਡੀ ਮਹਿੰਗਾਈ ਦੀ ਇਹ ਹਾਲਤ ਲੋਕਾਂ ਦਾ ਜੀਵਨ ਪੱਧਰ ਲਗਾਤਾਰ ਔਖਾ ਹੁੰਦਾ ਜਾਣ ਵੱਲ ਸੰਕੇਤ ਕਰਦੀ ਹੈ, ਜਿਸ ਦਾ ਹੱਲ ਸੁਧਾਰਾਤਮਕ ਉਪਾਵਾਂ ਅਤੇ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ ਨਾਲ ਹੀ ਸੰਭਵ ਹੈ। ਡੰਡੀ ਭਰਾ ਸਰਕਾਰ ਨੂੰ ਪ੍ਰਮੁੱਖ ਅਰਥ ਸ਼ਾਸਤਰੀਆਂ ਨਾਲ ਸਲਾਹ ਮਸ਼ਵਰਾ ਕਰਕੇ
ਇਸ ਸਥਿਤੀ ਦਾ ਸਾਹਮਣਾ ਕਰਨ ਦੇ ਉਪਾਅ ਲੱਭਣੇ ਚਾਹੀਦੇ ਹਨ। ਡੰਡੀ ਦੂਜੇ ਦੇਸ਼ਾਂ ਕੋਲੋਂ ਵੀ ਇਸ ਸੰਬੰਧੀ ਮਾਰਗਦਰਸ਼ਨ ਲਿਆ ਜਾ ਸਕਦਾ ਹੈ ਅਤੇ ਉਹਨਾਂ ਸੰਕਟ ਦੇ ਇਸ ਦੌਰ ਦਾ ਕਿਸ ਤਰ੍ਹਾਂ ਸਾਹਮਣਾ ਕੀਤਾ ਹੈ। ਡੰਡੀ ਜਿੱਥੋਂ ਤੱਕ ਰਿਜ਼ਰਵ ਬੈਂਕ ਦਾ ਸੰਬੰਧ ਹੈ, ਮਹਿੰਗਾਈ ਵਿੱਚ ਤੇਜ਼ੀ ਅਤੇ ਉਤਪਾਦਨ ਵਿੱਚ ਕਮੀ ਇਸ ਗੱਲ ਦਾ ਸੰਕੇਤ ਹੈ ਕਿ ਇਸ ਨੂੰ ਆਪਣੀਆਂ ਭਵਿੱਖ ਦੀਆਂ ਆਰਥਿਕ ਨੀਤੀਆਂ ਵਿੱਚ ਜਲਦੀ ਹੀ ਉਦਾਰਵਾਦੀ ਰੁਖ ਅਪਣਾਉਣਾ ਹੋਵੇਗਾ। ਡੰਡੀ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਜੰਗ 'ਚ ਤਬਦੀਲ ਕਰ ਦਿੱਤਾ ਹੈ। ਡੰਡੀ ਅਜਿਹੀ ਹਾਲਤ 'ਚ ਹਰ ਤਰ੍ਹਾਂ ਦੇ ਦਾ ਅਪਣਾਉਣ ਤੋਂ ਇਲਾਵਾ ਮਮਤਾ ਬੈਨਰਜੀ ਕੋਲ ਹੋਰ ਕੋਈ ਚਾਰਾ ਬਾਕੀ ਵੀ ਨਹੀਂ ਹੈ। ਡੰਡੀ ਜਿਹੜੀਆਂ ਦੋ ਘਟਨਾਵਾਂ ਇਹਨਾਂ ਚੋਣਾਂ ਦੀ ਦਸ਼ਾ ਨੂੰ ਤੈਅ ਕਰਨਗੀਆਂ ਉਹ ਹਨ ਜਨਤਕ ਸਟੇਜ ਤੋਂ ਮਮਤਾ ਬੈਨਰਜੀ ਵੱਲੋਂ ਚੰਡੀ ਪਾਠ ਕਰਨਾ ਅਤੇ ਪੈਰ 'ਤੇ ਚੜ੍ਹਾਏ ਪਲਸਤਰ ਨਾਲ ਵੀਲ ਚੇਅਰ 'ਤੇ ਚੋਣ ਪ੍ਰਚਾਰ ਕਰਨਾ। ਡੰਡੀ ਮਮਤਾ 'ਤੇ ਨਿੱਜੀ ਹਮਲੇ ਕਰਨ ਦੇ ਬੇਹੱਦ ਹਮਲਾਵਰ ਨੀਤੀ ਲਈ ਭਾਜਪਾ ਨੂੰ ਪਛਤਾਉਣਾ ਪੈ ਸਕਦਾ ਹੈ। ਡੰਡੀ ਮਮਤਾ ਬੈਨਰਜੀ ਨੂੰ ਨੇਤਾ ਵਜੋਂ ਉੱਪਰ ਤੋਂ ਨਹੀਂ ਠੋਸਿਆ ਗਿਆ। ਡੰਡੀ ਉਹ ਸੜਕ ਤੋਂ ਉੱਪਰ ਉੱਠੀ ਹੈ। ਡੰਡੀ ਜੇ ਅੱਜ ਉਹ ਆਪਣੇ ਆਪ ਵਿੱਚ ਇੱਕ ਅਹਿਮ ਨੇਤਾ ਹੈ ਤਾਂ ਇਸ ਦਾ ਕਾਰਨ ਸੜਕ 'ਤੇ ਲੜਨ ਦੀ ਉਹਨਾਂ ਦੀ ਤਾਕਤ ਹੈ। ਡੰਡੀ ਮੂਲ ਰੂਪ 'ਚ ਉਹ ਕਾਂਗਰਸ ਦੀ ਹੈ। ਡੰਡੀ 1990 ਦੇ ਦਹਾਕੇ 'ਚ ਜਦੋਂ ਮਮਤਾ ਨੂੰ ਇੰਜ ਲੱਗਾ ਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਉਹਨਾਂ ਦੀਆਂ ਇੱਛਾਵਾਂ ਨੂੰ ਕੁਚਲ ਰਹੀ ਹੈ ਤਾਂ ਉਹਨਾਂ ਬਗਾਵਤ ਕਰ ਦਿੱਤੀ ਅਤੇ ਆਪਣੀ ਵੱਖਰੀ ਪਾਰਟੀ ਬਣਾ ਲਈ। ਡੰਡੀ ਇਹ ਇੱਕ ਬਹੁਤ ਵੱਡਾ ਫੈਸਲਾ ਸੀ। ਡੰਡੀ ਭਰਾ ਉਹਨਾਂ ਦਿਨਾਂ 'ਚ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਨੇਤਾ ਪਾਰਟੀ ਤੋੜ ਕੇ ਵੱਖਰੇ ਹੋ ਜਾਂਦੇ ਹਨ ਉਹ ਵਧੇਰੇ ਦਿਨ ਤੱਕ ਟਿਕ ਨਹੀਂ ਸਕਦੇ। ਡੰਡੀ ਸ਼ਰਦ ਪਵਾਰ ਵਰਗੇ ਕੁਝ ਲੋਕ ਇਸ ਦਾ ਅਪਵਾਦ ਸਨ। ਡੰਡੀ ਮਮਤਾ ਦੀ ਬਗਾਵਤ ਤੋਂ ਪਹਿਲਾਂ ਕਾਂਗਰਸ ਦੇ ਦੋ ਚੋਟੀ ਦੇ ਆਗੂਆਂ ਅਰਜਨ ਸਿੰਘ ਅਤੇ ND ਤਿਵਾੜੀ ਨੇ ਨਰਸਿਮਹਾ ਰਾਓ ਦੀ ਲੀਡਰਸ਼ਿਪ ਵਿਰੁੱਧ ਝੰਡਾ ਬੁਲੰਦ ਕੀਤਾ ਸੀ, ਵੱਖਰੀ ਪਾਰਟੀ ਬਣਾਈ ਸੀ ਅਤੇ ਚੋਣਾਂ ਇਸ ਉਮੀਦ ਨਾਲ ਲੜੀਆਂ ਸਨ ਕਿ ਲੋਕ ਉਹਨਾਂ ਦੀ ਪਾਰਟੀ ਨੂੰ ਅਸਲੀ ਕਾਂਗਰਸ ਮੰਨ ਲੈਣਗੇ। ਡੰਡੀ ਇਹ ਤਜਰਬਾ ਵਧੇਰੇ ਦਿਨ 'ਚ ਨਹੀਂ ਚੱਲ ਸਕਿਆ ਅਤੇ ਦੋਹਾਂ ਆਗੂਆਂ ਨੂੰ ਮੂਲ ਸੰਗਠਨ 'ਚ ਵਾਪਸ ਆਉਣਾ ਪਿਆ। ਡੰਡੀ ਪਰ ਮਮਤਾ ਬੈਨਰਜੀ ਨੇ ਕਾਂਗਰਸ ਛੱਡਣ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਡੰਡੀ ਉਹ ਮਾੜੇ ਦਿਨਾਂ ਵਿੱਚੋਂ ਲੰਘੀ ਪਰ ਪ੍ਰਣਬ ਮੁਖਰਜੀ ਵਾਂਗ ਕਾਂਗਰਸ ਵਿੱਚ ਵਾਪਸ ਜਾਣ ਦਾ ਵਿਚਾਰ ਉਹਨਾਂ ਦੇ ਮਨ 'ਚ ਕਦੇ ਨਹੀਂ ਆਇਆ। ਡੰਡੀ ਸੋਨੀਆ ਗਾਂਧੀ ਨਾਲ ਵਧੀਆ ਸੰਬੰਧ ਹੋਣ ਦੇ ਬਾਵਜੂਦ ਮਮਤਾ ਨੇ ਉਹਨਾਂ ਸਾਹਮਣੇ ਆਤਮ ਸਮਰਪਣ ਕਰਨ ਦੀ ਬਜਾਏ ਭਾਜਪਾ ਨਾਲ ਹੱਥ ਮਿਲਾਉਣਾ ਠੀਕ ਸਮਝਿਆ। ਡੰਡੀ ਉਹਨਾਂ ਦੀ ਮਿਹਨਤ ਰੰਗ ਲਿਆਈ ਅਤੇ 2011 'ਚ ਉਹ ਚੋਣਾਂ ਜਿੱਤ ਗਈ। ਡੰਡੀ ਪੱਛਮੀ ਬੰਗਾਲ 'ਚ CPIM ਦੀ ਅਗਵਾਈ ਵਾਲੀ ਖੱਬੇ ਪੱਖੀ ਮੋਰਚੇ ਦੀ ਸਰਕਾਰ ਨੂੰ ਹਰਾਇਆ ਅਤੇ ਆਪਣੀ ਸਰਕਾਰ ਬਣਾਉਣ 'ਚ ਸਫਲ ਰਹੀ। ਡੰਡੀ ਭਰਾ
ਪੱਛਮੀ ਬੰਗਾਲ 'ਚ ਕਿਸੇ ਸਮੇਂ ਖੱਬੇ ਪੱਖੀ ਮੋਰਚੇ ਨੂੰ ਅਜੇਤੂ ਸਮਝਿਆ ਜਾਂਦਾ ਸੀ। ਡੰਡੀ ਮਮਤਾ ਬੈਨਰਜੀ ਨੇ ਉਹ ਕਰ ਵਿਖਾਇਆ ਜੋ ਉਸ ਸਮੇਂ ਕੋਈ ਸੋਚ ਵੀ ਨਹੀਂ ਸਕਦਾ ਸੀ। ਡੰਡੀ ਇੱਕ ਵਾਰ ਖੱਬੇ ਪੱਖੀ ਮੋਰਚੇ ਦੇ ਗੁੰਡਿਆਂ ਨੇ ਉਹਨਾਂ 'ਤੇ ਜਾਨਲੇਵਾ ਹਮਲਾ ਕੀਤਾ, ਪਰ ਇਸ ਦੇ ਬਾਵਜੂਦ ਉਹ ਰੁਕੀ ਨਹੀਂ। ਡੰਡੀ ਕੋਈ ਹੋਰ ਸਿਆਸਤਦਾਨ ਹੁੰਦਾ ਤਾਂ ਹੌਸਲਾ ਛੱਡ ਦਿੰਦਾ। ਡੰਡੀ ਮਮਤਾ ਨੇ ਇੰਜ ਨਹੀਂ ਕੀਤਾ। ਡੰਡੀ ਨੰਦੀਗ੍ਰਾਮ ਅਤੇ ਸੰਗਰੂਰ ਨੇ ਉਹਨਾਂ ਦੀ ਸਫਲਤਾ ਦਾ ਰਾਹ ਖੋਲ੍ਹ ਦਿੱਤਾ। ਡੰਡੀ ਜੇ ਭਾਜਪਾ ਨੇ ਇਹ ਸੋਚਿਆ ਕਿ ਲਗਾਤਾਰ ਤਿੱਖੇ ਹਮਲਿਆਂ ਰਾਹੀਂ ਮਮਤਾ ਨੂੰ ਡਰਾਇਆ ਜਾ ਸਕਦਾ ਹੈ ਤਾਂ ਇਹ ਕਹਿਣਾ ਢੁਕਵਾਂ ਹੋਵੇਗਾ ਕਿ ਭਾਜਪਾ ਨੇ ਹੋਮਵਰਕ ਠੀਕ ਢੰਗ ਨਾਲ ਨਹੀਂ ਕੀਤਾ। ਡੰਡੀ ਮਮਤਾ ਇੱਕ ਅਜਿਹੀ ਨੇਤਾ ਹੈ ਜੋ ਉਲਟ ਸਮੇਂ 'ਚ ਵਧੀਆ ਪ੍ਰਦਰਸ਼ਨ ਕਰਦੀ ਹੈ ਅਤੇ ਸੰਘਰਸ਼ ਦਾ ਆਨੰਦ ਉਠਾਉਂਦੀ ਹੈ। ਡੰਡੀ ਪੱਛਮੀ ਬੰਗਾਲ 'ਚ ਬਿਨਾਂ ਸ਼ੱਕ ਭਾਜਪਾ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੈ। ਡੰਡੀ ਉਸ ਨੂੰ 2014 ਦੀਆਂ ਲੋਕ ਸਭਾ ਚੋਣਾਂ 'ਚ 16% ਵੋਟਾਂ ਵੱਧ ਮਿਲੀਆਂ ਸਨ। ਡੰਡੀ ਉਸ ਨੇ 3 ਸੀਟਾਂ 'ਤੇ ਜਿੱਤ ਹਾਸਲ ਕੀਤੀ, ਪਰ 5 ਸਾਲ 'ਚ ਉਸ ਦੇ ਵੋਟ ਸ਼ੇਅਰ ਵਿੱਚ 24% ਵਾਧਾ ਹੋਇਆ ਅਤੇ ਉਸ ਨੂੰ ਤ੍ਰਿਣਮੂਲ ਕਾਂਗਰਸ ਦੀਆਂ 24 ਸੀਟਾਂ ਦੇ ਮੁਕਾਬਲੇ 18 ਸੀਟਾਂ ਮਿਲੀਆਂ। ਡੰਡੀ ਇਹ ਡਰਾਉਣ ਵਾਲੇ ਅੰਕੜੇ ਹਨ। ਡੰਡੀ ਆਸਾਨੀ ਨਾਲ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਭਾਜਪਾ ਦੀ ਹਾਲਤ ਵਿੱਚ ਹੋਰ ਸੁਧਾਰ ਹੋ ਜਾਵੇਗਾ। ਡੰਡੀ ਪਰ ਇਸ ਕਹਾਣੀ 'ਚ ਇੱਕ ਮੋੜ ਹੈ। ਡੰਡੀ ਭਾਜਪਾ ਦੀ ਉਮੀਦ ਮੁਤਾਬਕ ਸਫਲਤਾ ਦੇ ਬਾਵਜੂਦ ਮਮਤਾ ਦੇ ਸਮਾਜਿਕ ਆਧਾਰ 'ਚ ਉਹ ਸੰਨ ਨਹੀਂ ਲਾ ਸਕੀ। ਡੰਡੀ ਖੱਬੇ ਪੱਖੀ ਮੋਰਚੇ ਨੂੰ 2011 ਦੀਆਂ ਚੋਣਾਂ 'ਚ ਹਰਾਉਣ ਤੋਂ ਬਾਅਦ ਤੋਂ ਹੁਣ ਤੱਕ ਤ੍ਰਿਣਮੂਲ ਕਾਂਗਰਸ ਨੂੰ ਲਗਾਤਾਰ 42 ਤੋਂ 45% ਵੋਟਾਂ ਮਿਲਦੀਆਂ ਰਹੀਆਂ ਹਨ। ਡੰਡੀ ਭਾਜਪਾ ਨੂੰ ਕਾਂਗਰਸ ਅਤੇ ਖੱਬੇ ਪੱਖੀ ਮੋਰਚੇ ਦੀ ਕੀਮਤ 'ਤੇ ਲਾਭ ਹਾਸਲ ਹੋਇਆ ਹੈ। ਡੰਡੀ ਮਮਤਾ ਨੇ ਕਾਂਗਰਸ ਨੂੰ ਤੋੜਨ ਪਿੱਛੋਂ ਉਸ ਦਾ ਸਮਾਜਿਕ ਆਧਾਰ ਵੀ ਖੋਹ ਲਿਆ ਹੈ। ਡੰਡੀ ਕਾਂਗਰਸ ਦੇ ਵਧੇਰੇ ਵੋਟਰ ਤ੍ਰਿਣਮੂਲ 'ਚ ਆ ਗਏ ਹਨ। ਡੰਡੀ ਜਦੋਂ ਮੋਹ ਭੰਗ ਹੋਏ ਖੱਬੇ ਪੱਖੀ ਹਮਾਇਤੀ ਵੋਟਰਾਂ ਨੇ ਤ੍ਰਿਣਮੂਲ ਕਾਂਗਰਸ ਦਾ ਹੱਥ ਫੜਿਆ ਤਾਂ ਮਮਤਾ ਬੈਨਰਜੀ ਨੇ ਖੱਬੇ ਪੱਖੀ ਮੋਰਚੇ ਨੂੰ ਢਹਿ ਢੇਰੀ ਕਰ ਦਿੱਤਾ। ਡੰਡੀ ਹੁਣ ਖੱਬੇ ਪੱਖੀ ਮੋਰਚਾ ਅਤੇ ਕਾਂਗਰਸ ਨਾਲ ਹਨ। ਡੰਡੀ ਉਹਨਾਂ ਕੋਲੋਂ ਨਾ ਤਾਂ ਮਮਤਾ ਬੈਨਰਜੀ ਅਤੇ ਨਾ ਹੀ ਭਾਜਪਾ ਨੂੰ ਕੋਈ ਖਤਰਾ ਹੈ। ਡੰਡੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ RSS ਨੇ ਹਿੰਦੂ ਵੋਟਾਂ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰਨ 'ਚ ਸਫਲਤਾ ਹਾਸਲ ਕਰ ਲਈ ਹੈ, ਪਰ ਉੱਤਰੀ ਭਾਰਤ ਦੇ ਕੁਝ ਸੂਬਿਆਂ ਨੂੰ ਛੱਡ ਕੇ ਕੁੱਲ ਪਈਆਂ ਵੋਟਾਂ ਵਿੱਚੋਂ ਇਹਨਾਂ ਵੋਟਾਂ ਦਾ ਹਿੱਸਾ 50% ਤੋਂ ਵੱਧ ਨਹੀਂ ਹੁੰਦਾ। ਡੰਡੀ ਇਸ ਵਿੱਚ ਵੀ ਮੋਦੀ ਇੱਕ ਅਹਿਮ ਕਾਰਕ ਹਨ। ਡੰਡੀ ਵਿਧਾਨ ਸਭਾ ਦੀਆਂ ਚੋਣਾਂ 'ਚ ਜਿੱਥੇ ਮੋਦੀ ਦੇ ਉਮੀਦਵਾਰ ਨਹੀਂ ਹੁੰਦੇ, ਭਾਜਪਾ ਦੇ ਵੋਟ ਸ਼ੇਅਰ ਵਿੱਚ 8 ਤੋਂ 24% ਦੀ ਗਿਰਾਵਟ ਦਰਜ ਕੀਤੀ ਜਾਂਦੀ ਹੈ। ਡੰਡੀ 2017 ਤੋਂ ਲੈ ਕੇ ਹੁਣ ਤੱਕ
ਤੱਕ 12 ਸੂਬਿਆਂ ਦੀਆਂ ਅਸੈਂਬਲੀ ਚੋਣਾਂ ਦੇ ਨਾਲ ਹੀ ਲੋਕ ਸਭਾ ਦੀਆਂ ਆਮ ਚੋਣਾਂ ਵੀ ਹੋਈਆਂ ਡੰਡੀ। ਇਹਨਾਂ ਚੋਣਾਂ ਦੇ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ ਡੰਡੀ। ਇਸ ਤਰ੍ਹਾਂ ਭਾਜਪਾ ਨੂੰ ਬਿਹਾਰ 'ਚ 17%, ਦਿੱਲੀ 'ਚ 18%, ਮਹਾਰਾਸ਼ਟਰ 'ਚ 8% ਅਤੇ ਹਰਿਆਣਾ 'ਚ 22% ਵੋਟਾਂ ਦਾ ਨੁਕਸਾਨ ਹੋਇਆ ਡੰਡੀ। ਭਾਜਪਾ ਲਈ 2019 ਵਾਲਾ ਪ੍ਰਦਰਸ਼ਨ ਦੁਹਰਾ ਸਕਣਾ ਭਾਜਪਾ ਲਈ ਔਖਾ ਹੋਵੇਗਾ ਡੰਡੀ। ਇਸ ਤੋਂ ਇਲਾਵਾ ਉਸ ਨੂੰ 4 ਤੋਂ 5% ਵੋਟਾਂ ਦਾ ਵਾਧੂ ਨੁਕਸਾਨ ਵੀ ਹੋ ਸਕਦਾ ਹੈ ਡੰਡੀ। ਪੱਛਮੀ ਬੰਗਾਲ ਦੇ ਅੰਕੜੇ ਵੀ ਇਸ ਦਲੀਲ ਦੀ ਪੁਸ਼ਟੀ ਕਰਦੇ ਹਨ ਡੰਡੀ। 2016 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀਆਂ ਵੋਟਾਂ 2014 ਦੀਆਂ ਲੋਕ ਸਭਾ ਦੀਆਂ ਵੋਟਾਂ ਨਾਲੋਂ 6% ਘੱਟ ਸਨ ਡੰਡੀ। ਇਸ ਸੰਦਰਭ 'ਚ ਖੁਦ ਨੂੰ ਹਿੰਦੂ ਨੇਤਾ ਵਜੋਂ ਸਥਾਪਿਤ ਕਰਨ ਦੀ ਮਮਤਾ ਬੈਨਰਜੀ ਦੀ ਕੋਸ਼ਿਸ਼ ਨਾਲ ਭਾਜਪਾ ਦੀ ਮੁਸ਼ਕਲ ਵਧੇਗੀ ਡੰਡੀ। ਅਜਿਹੀ ਹਾਲਤ ਜੇ ਪਲਸਤਰ ਚੜ੍ਹੇ ਪੈਰ ਕਾਰਨ ਮਮਤਾ ਨੂੰ ਹਮਦਰਦੀ ਦੀਆਂ ਵੋਟਾਂ ਮਿਲੀਆਂ ਤਾਂ ਭਾਜਪਾ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਣਗੀਆਂ ਡੰਡੀ। 9 ਮਹੀਨੇ ਦੇ ਲੰਬੇ ਡੈਡਲਾਕ ਅਤੇ 9 ਦੌਰ ਦੀ ਸਰਹੱਦੀ ਗੱਲਬਾਤ ਤੋਂ ਬਾਅਦ ਭਾਰਤ ਅਤੇ ਚੀਨ ਪੈਗੋਂਗ ਤਸੋ ਖੇਤਰ 'ਚ ਇੱਕ ਪੜਾਅਵਾਰ ਅਤੇ ਸਥਾਪਿਤ ਤੇ ਤਾਲਮੇਲ ਭਰੀ ਪ੍ਰਕਿਰਿਆ ਰਾਹੀਂ ਨਾਲ ਸੰਘਰਸ਼ ਘੱਟ ਕਰਨ ਲਈ ਸਹਿਮਤ ਹੋਏ ਹਨ ਡੰਡੀ। ਲਗਭਗ 60,000 ਫੌਜੀਆਂ ਦੀ ਤੇਜ਼ੀ ਨਾਲ ਤੈਨਾਤੀ ਅਤੇ ਭਾਰਤ ਦੀ ਮਜ਼ਬੂਤ ਇੱਛਾ ਸ਼ਕਤੀ ਨੇ ਚੀਨੀ ਮਨੋਬਲ 'ਚ ਗੰਭੀਰ ਸੰਨ ਲਾਈ ਡੰਡੀ। ਭਾਰਤ ਦੇ ਕਰੋਨਾ ਵਾਇਰਸ ਸੰਕਟ ਦੌਰਾਨ ਚੀਨ ਆਪਣੇ ਖੇਤਰੀ ਗੈਰ ਕਾਨੂੰਨੀ ਕਬਜ਼ੇ ਨੂੰ ਫੈਲਾਉਣ 'ਚ ਅਸਫਲ ਰਿਹਾ ਡੰਡੀ। ਇਸ ਦੇ ਨਾਲ ਭਾਰਤ ਨੂੰ ਨੀਵੀਂ ਅਤੇ ਕਮਜ਼ੋਰ ਖੇਤਰੀ ਸ਼ਕਤੀ ਵਜੋਂ ਵਿਖਾਉਣ 'ਚ ਵੀ ਉਹ ਨਾਕਾਮ ਰਿਹਾ ਡੰਡੀ। ਚੀਨ ਵਿਰੁੱਧ ਕੌਮਾਂਤਰੀ ਪੱਧਰ 'ਤੇ ਗੁੱਸਾ ਪੈਦਾ ਹੋਇਆ ਡੰਡੀ। ਇਸ ਗੱਲ ਨੇ ਚੀਨ ਵਿਰੁੱਧ ਕਵਾਡ ਗੱਠਜੋੜ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਨੂੰ ਮਜਬੂਰ ਕਰਨ ਲਈ ਕੰਮ ਕੀਤਾ ਹੈ ਡੰਡੀ। ਚੀਨ ਵਿਰੁੱਧ ਇਹ ਸੰਗਠਨ ਹੋਰ ਵਧੇਰੇ ਮਜ਼ਬੂਤ ਹੋ ਗਿਆ ਹੈ ਡੰਡੀ। ਇਸ ਲਈ ਪੇਈਚਿੰਗ ਦਾ ਇੱਕੋ ਇੱਕ ਅਮਲੀ ਬਦਲ ਬਾਈਡਨ ਪ੍ਰਸ਼ਾਸਨ ਨੂੰ ਇੱਕ ਉਸਾਰੂ ਰਣਨੀਤਕ ਸੰਦੇਸ਼ ਭੇਜਣਾ ਅਤੇ ਆਪਣੇ ਗੁਆਚੇ ਹੋਏ ਵਕਾਰ ਨੂੰ ਮੁੜ ਤੋਂ ਹਾਸਲ ਕਰਨਾ ਹੈ ਡੰਡੀ। ਹਾਲਾਂਕਿ ਡੋਕਲਾਮ 2017 ਅਤੇ ਪੈਂਗੋਂਗ ਤਸੋ 2020 'ਚ ਲਗਾਤਾਰ ਅਸਫਲਤਾਵਾਂ ਪਿੱਛੇ ਚੀਨ ਨੇ ਸਬਕ ਸਿੱਖ ਲਿਆ ਹੈ ਕਿ ਨਵੀਂ ਦਿੱਲੀ ਨਾਲ ਅਮਰੀਕਾ ਅਤੇ ਹੋਰਨਾਂ ਕਵਾਡ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਜੰਮੂ ਕਸ਼ਮੀਰ ਤੇ ਲੱਦਾਖ 'ਚ ਆਪਣੀ ਜੰਗੀ ਖੁਦ ਮੁਖਤਿਆਰੀ ਦੀ ਵਰਤੋਂ ਕਰਨ ਲਈ ਖੁਦ ਮਜਬੂਰ ਨਹੀਂ ਕੀਤਾ ਜਾ ਸਕਦਾ ਡੰਡੀ। ਵਿਸ਼ੇਸ਼ ਤੌਰ 'ਤੇ 45 ਫੌਜੀਆਂ ਦੇ ਨੁਕਸਾਨ ਪੱਛਮੀ ਸੂਤਰਾਂ ਮੁਤਾਬਕ 120 ਅਤੇ ਜੰਗੀ ਕੈਲਾਸ਼ ਪਰਬਤ ਦੀਆਂ ਉਚਾਈਆਂ ਨੇ ਚੀਨ ਨੂੰ ਆਪਣੀਆਂ ਹੱਦਾਂ ਦੇ ਅੰਦਰ ਰਹਿਣ ਲਈ ਸਮਝਾ ਦਿੱਤਾ ਡੰਡੀ। ਰਵਾਇਤੀ ਫੌਜੀ ਲੜਾਈ 'ਚ ਚੀਨ ਭਾਰਤ ਨਾਲੋਂ ਸਪਸ਼ਟ ਤੌਰ 'ਤੇ ਪਿੱਛੇ ਹੈ ਡੰਡੀ। ਭਵਿੱਖ ਬਾਰੇ ਕਿਹਾ ਜਾ ਸਕਦਾ ਹੈ ਕਿ ਚੀਨ ਭਾਰਤ ਵਿਰੁੱਧ
ਗਰੇ ਜ਼ੋਨ ਲੜਾਈ ਦੇ ਤਰੀਕੇ, ਇਲੈਕਟ੍ਰੋਨਿਕ ਜੰਗ ਅਤੇ ਵੱਡੇ ਪੱਧਰ 'ਤੇ ਪ੍ਰਭਾਵ ਸੰਚਾਲਨ ਦੀਆਂ ਮਿਲੀਆਂ ਜੁਲੀਆਂ ਰਣਨੀਤੀਆਂ ਦੀ ਵਰਤੋਂ ਕਰ ਸਕਦਾ ਹੈ। ਡੰਡੀ ਪਿਛਲੇ ਦਿਨੀਂ ਭਾਰਤ ਤੇ ਦੋ ਪਾਸੜ ਜੰਗ ਦਾ ਸਾਹਮਣਾ ਕਰਨ ਅਤੇ ਰਣਨੀਤਿਕ ਸਰਹੱਦਾਂ 'ਤੇ ਆਪਣੀਆਂ ਪੱਛਮੀ ਸਰਹੱਦਾਂ ਨਾਲ ਉੱਤਰੀ ਸਰਹੱਦਾਂ ਤੱਕ ਤਬਦੀਲੀ ਕਰਨ ਨੂੰ ਲੈ ਕੇ ਕਾਫੀ ਚਰਚਾ ਹੋਈ। ਡੰਡੀ ਭਾਰਤ ਦੇ ਰਣਨੀਤਿਕ ਮਾਹਿਰ ਦੇਸ਼ ਦੇ ਅਸ਼ਾਂਤ ਖੇਤਰ ਕਸ਼ਮੀਰ 'ਤੇ ਆਪਣੀ ਨਜ਼ਰ ਨਹੀਂ ਰੱਖ ਰਹੇ। ਡੰਡੀ ਇੱਥੇ ਚੀਨ ਭਾਰਤ ਦੇ ਬਦਲਾਂ, ਮਨੋਬਲ ਅਤੇ ਸਮਰੱਥਾਵਾਂ 'ਚ ਰੁਕਾਵਟ ਪਾਉਣ ਲਈ ਆਪਣੀ ਮਿਲੀ ਜੁਲੀ ਰਣਨੀਤੀ ਦੀ ਵਰਤੋਂ ਕਰ ਸਕਦਾ ਹੈ। ਡੰਡੀ ਕਸ਼ਮੀਰਵਾਦੀ ਪਿਛਲੇ 3 ਦਹਾਕਿਆਂ ਤੋਂ ਅਸ਼ਾਂਤ ਹੈ। ਡੰਡੀ ਉਕਤ ਸਮੇਂ ਦੌਰਾਨ ਦੇਸ਼ ਨੇ ਇੱਕ ਭਾਰਤ ਵਿਰੋਧੀ ਜਿਹਾਦੀ ਅੰਦੋਲਨ ਵੇਖਿਆ ਜੋ ਧਾਰਮਿਕ ਤਰਜ਼ 'ਤੇ ਵਧੇਰੇ ਕੱਟੜਪੰਥੀ ਹੈ। ਡੰਡੀ ਉਹ ਇੱਕ ਮਜ਼ਬੂਤ ਪਾਕਿਸਤਾਨੀ ਖੁਫੀਆ ਤੰਤਰ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਿਹਾ ਹੈ। ਡੰਡੀ ਵਾਦੀ 'ਚ ਭਾਰਤ ਪ੍ਰਤੀ ਬਹੁਤ ਜ਼ਿਆਦਾ ਨਾਰਾਜ਼ਗੀ ਵੀ ਹੈ। ਡੰਡੀ ਪਿਛਲੇ ਦਿਨਾਂ ਦੇ ਚੀਨੀ ਡੈਡਲਾਕ ਦੇ ਨਾਲ ਭਾਰਤ ਇੰਨੀ ਭਾਰੀ ਮਾਤਰਾ 'ਚ ਤੈਨਾਤੀ ਕਰ ਸਕਦਾ ਹੈ ਕਿਉਂਕਿ ਨਵੀਂ ਬਣੀ ਸੜਕ 'ਤੇ ਭਾਰਤੀ ਫੌਜ ਦੇ ਕਾਫਲੇ ਦੀ ਆਵਾਜਾਈ 'ਚ ਕੋਈ ਸਥਾਨਕ ਵਿਰੋਧਤਾ ਨਹੀਂ ਸੀ। ਡੰਡੀ ਸਟਾਰਟ ਕੁਝ ਸਾਲ ਪਹਿਲਾਂ ਤੱਕ ਉੱਤਰ ਪ੍ਰਦੇਸ਼ ਦੀ ਗਿਣਤੀ ਦੇਸ਼ ਦੇ ਪਛੜੇ ਸੂਬਿਆਂ 'ਚ ਹੁੰਦੀ ਸੀ। ਡੰਡੀ ਖਰਾਬ ਅਮਨ ਕਾਨੂੰਨ ਦੀ ਹਾਲਤ, ਬਿਜਲੀ ਸੰਕਟ, ਭ੍ਰਿਸ਼ਟਾਚਾਰ ਅਤੇ ਗੈਰ ਕਾਨੂੰਨੀ ਵਸੂਲੀ ਕਾਰਨ ਕੋਈ ਵੀ ਉਦਮੀ ਸੂਬੇ 'ਚ ਉਦਯੋਗ ਧੰਦੇ ਲਾਉਣ ਤੋਂ ਕੰਨੀ ਕਤਰਾਉਂਦਾ ਸੀ। ਪਰ ਯੋਗੀ ਸਰਕਾਰ ਦੇ ਸੱਤਾ 'ਚ ਆਉਣ ਪਿੱਛੋਂ ਵੱਡੇ ਵੱਡੇ ਮਾਫੀਆ ਆਗੂਆਂ ਵਿਰੁੱਧ ਕਾਰਵਾਈ ਹੋਣ ਕਾਰਨ ਹੁਣ ਹਾਲਾਤ ਬਦਲ ਗਏ ਹਨ। ਡੰਡੀ ਸਰਕਾਰੀ ਪ੍ਰਣਾਲੀ ਦੇ ਬੇਤਹਾਸ਼ਾ ਭ੍ਰਿਸ਼ਟਾਚਾਰ 'ਤੇ ਸਕੰਜਾ ਕੱਸਿਆ ਗਿਆ ਹੈ। ਡੰਡੀ ਕਈ ਵੱਡੇ ਵੱਡੇ IAS ਅਤੇ IPS ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋਈ ਹੈ। ਡੰਡੀ ਲਾਲ ਫੀਤਾਸ਼ਾਹੀ 'ਤੇ ਸਕੰਜਾ ਕੱਸ ਕੇ ਉਦਮੀਆਂ ਲਈ ਉਦਯੋਗ ਧੰਦੇ ਲਾਉਣ ਦਾ ਰਾਹ ਸੌਖਾ ਬਣਾਇਆ ਗਿਆ ਹੈ। ਡੰਡੀ ਇਸ ਦਾ ਇਹ ਨਤੀਜਾ ਹੈ ਕਿ ਕੌਮਾਂਤਰੀ ਕਰੋਨਾ ਸੰਕਟ ਅਤੇ ਮੰਦੀ ਦੇ ਬਾਵਜੂਦ ਉੱਤਰ ਪ੍ਰਦੇਸ਼ ਦੀ ਆਰਥਿਕ ਹਾਲਤ 'ਚ ਸੁਧਾਰ ਹੋਇਆ ਹੈ। ਡੰਡੀ ਉਦਯੋਗ ਧੰਦਿਆਂ ਦੇ ਮਾਮਲੇ 'ਚ ਹੁਣ ਇਹ ਸੂਬਾ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਡੰਡੀ ਸਿਹਤ ਸਹੂਲਤਾਂ, ਬਿਜਲੀ ਦੀ ਸਪਲਾਈ ਅਤੇ ਮੂਲ ਢਾਂਚੇ ਦੇ ਵਿਕਾਸ 'ਚ ਸੂਬੇ ਨੇ ਨਵੇਂ ਪੈਮਾਨੇ ਸਥਾਪਿਤ ਕੀਤੇ ਹਨ। ਡੰਡੀ ਸਰਕਾਰ ਸੂਬੇ ਦੀ ਨਵੀਂ ਉਦਯੋਗਿਕ ਨਿਵੇਸ਼ ਅਤੇ ਰੋਜ਼ਗਾਰ ਉਤਸ਼ਾਹਿਤ ਨੀਤੀ ਅਧੀਨ ਸਟਾਰਟਅਪਸ, ਯੂਥ ਉਦਮਤਾ, ਨਵਾਚਾਰ ਅਤੇ ਮੇਕ ਇਨ ਯੂਪੀ ਨੂੰ ਹੱਲਾਸ਼ੇਰੀ ਦੇ ਰਹੀ ਹੈ। ਡੰਡੀ ਉੱਤਰ ਪ੍ਰਦੇਸ਼ ਦੀ ਸੱਤਾ ਸੰਭਾਲਦਿਆਂ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 2018 'ਚ ਇਨਵੈਸਟਮੈਂਟਸ ਸਮਿਟ
ਆਯੋਜਿਤ ਕੀਤਾ ਸੀ ਡੰਡੀ। ਇਸ 'ਚ 4.68 ਲੱਖ ਕਰੋੜ ਰੁਪਏ ਦੇ ਨਿਵੇਸ਼ ਸਮਝੌਤੇ ਹੋਏ ਸਨ ਡੰਡੀ। ਇਸ ਤੋਂ ਬਾਅਦ ਚੁਣੌਤੀ ਇਹ ਸੀ ਕਿ ਇਹਨਾਂ ਸਮਝੌਤਿਆਂ ਨੂੰ ਜ਼ਮੀਨ 'ਤੇ ਕਿਵੇਂ ਉਤਾਰਿਆ ਜਾਵੇ ਡੰਡੀ। ਨਵੀਂ ਉਦਯੋਗਿਕ ਨੀਤੀ ਲਾਗੂ ਕਰਕੇ ਯੋਗੀ ਸਰਕਾਰ ਨੇ ਬਿਜ਼ਨਸ ਰਿਫਾਰਮਰਜ਼ ਐਕਸ਼ਨ ਪਲਾਨ 'ਤੇ ਕੰਮ ਸ਼ੁਰੂ ਕੀਤਾ ਡੰਡੀ। ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਣ ਲਈ 21 ਨਵੀਆਂ ਨੀਤੀਆਂ ਬਣਾਈਆਂ ਗਈਆਂ ਡੰਡੀ। ਨਿਵੇਸ਼ ਮਿੱਤਰ ਪੋਰਟਲ ਬਣਾ ਕੇ ਉਸ 'ਤੇ 227 ਸੇਵਾਵਾਂ ਨੂੰ ਸ਼ਾਮਲ ਕਰਕੇ ਉਦਮੀਆਂ ਨੂੰ 97,840 NOCs ਆਨਲਾਈਨ ਜਾਰੀ ਕੀਤੀਆਂ ਗਈਆਂ ਡੰਡੀ। ਸੁਧਾਰਾਂ ਦੇ ਸਿੱਟੇ ਵਜੋਂ ਨਾ ਸਿਰਫ ਪੁਰਾਣੇ ਸਮਝੌਤੇ ਜ਼ਮੀਨ ਉੱਤੇ ਉਤਰਦੇ ਗਏ, ਸਗੋਂ ਨਵੇਂ ਨਿਵੇਸ਼ ਪ੍ਰਸਤਾਵ ਵੀ ਸਰਕਾਰ ਨੂੰ ਮਿਲੇ ਡੰਡੀ। ਸਰਕਾਰ ਦਾ ਅੰਕੜਾ ਕਹਿੰਦਾ ਹੈ ਕਿ ਲਗਭਗ 3 ਲੱਖ ਕਰੋੜ ਰੁਪਏ ਦੀਆਂ ਨਿਵੇਸ਼ ਯੋਜਨਾਵਾਂ 'ਤੇ ਜ਼ਮੀਨੀ ਕੰਮ ਸ਼ੁਰੂ ਹੋ ਚੁੱਕਾ ਹੈ ਡੰਡੀ। ਇਹਨਾਂ 'ਚੋਂ 50,000 ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ 'ਚ ਤਾਂ ਵਪਾਰਕ ਉਤਪਾਦਨ ਸ਼ੁਰੂ ਹੋ ਚੁੱਕਾ ਹੈ ਡੰਡੀ। 2019 'ਚ ਭਾਰਤ ਸਰਕਾਰ ਨੇ ਜਦੋਂ ਈਜ਼ ਆਫ ਡੂਇੰਗ ਬਿਜ਼ਨਸ ਦੀ ਰੈਂਕਿੰਗ ਜਾਰੀ ਕੀਤੀ ਤਾਂ ਯੂਪੀ 14ਵੇਂ ਪਾਏਦਾਨ ਤੋਂ ਵੱਧ ਕੇ ਸਿੱਧਾ ਦੂਜੇ ਨੰਬਰ 'ਤੇ ਆ ਗਿਆ ਡੰਡੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਦਯੋਗੀਕਰਨ ਨੂੰ ਹੱਲਾਸ਼ੇਰੀ ਦੇਣ ਲਈ UPIA ਉਦਯੋਗ ਲਗਾਈਏ ਮਹਾਮੁਹਿੰਮ ਸ਼ੁਰੂ ਕੀਤੀ ਡੰਡੀ। ਇਸ ਅਧੀਨ 1000 ਦਿਨਾਂ ਦੇ ਸਮਾਂ ਹੱਦ ਅੰਦਰ ਆਖਰੀ 100 ਦਿਨ 'ਚ ਅਰਜ਼ੀ ਦੇ ਕੇ ਤੈ NOC ਦੇਣ ਦਾ ਪ੍ਰਬੰਧ ਹੋਵੇਗਾ ਡੰਡੀ। ਗੁਲਾਬੀ ਮੀਨਾਕਾਰੀ ਤਾਂ ਕਾਸ਼ੀ 'ਚ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਹੈ, ਪਰ ਹੁਣ ਇਸ ਦੀ ਅਹਿਮੀਅਤ ਵੱਧ ਗਈ ਹੈ ਡੰਡੀ। ਸਰਕਾਰ ਨੇ ਇਸ ਨੂੰ ਦੇਸ਼ ਤੇ ਦੁਨੀਆ 'ਚ ਵਧੀਆ ਪਛਾਣ ਦਿਵਾਈ ਹੈ ਡੰਡੀ। ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਿਸ ਤਰ੍ਹਾਂ ਸ਼ਿਲਪੀਆਂ ਦਾ ਧਿਆਨ ਰੱਖਿਆ ਹੈ, ਸ਼ਾਇਦ ਹੀ ਪਹਿਲਾਂ ਕਿਸੇ ਨੇ ਰੱਖਿਆ ਹੋਵੇਗਾ ਡੰਡੀ। ਇਹੀ ਕਾਰਨ ਹੈ ਕਿ ਸੋਨੇ ਚਾਂਦੀ ਦੇ ਗੁਲਾਬੀ ਮੀਨਾਕਾਰੀ ਦੀ ਮੰਗ ਵਧੀ ਹੈ ਡੰਡੀ। ਵੱਖ-ਵੱਖ ਪ੍ਰਦੇਸ਼ਾਂ 'ਚ ਚੌਲ ਦੀ ਬ੍ਰਾਂਡਿੰਗ ਮਹਾਤਮਾ ਬੁੱਧ ਦੇ ਚੌਲ ਵਜੋਂ ਕੀਤੀ ਜਾ ਰਹੀ ਹੈ ਡੰਡੀ। ਸਰਕਾਰ ਨੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ 'ਚ ਕਾਲੇ ਨਮਕ ਦੀ ਬ੍ਰਾਂਡਿੰਗ ਲਈ ਇੱਕ ਵਿਸ਼ਾਲ ਕਾਰਜ ਯੋਜਨਾ ਤਿਆਰ ਕੀਤੀ ਹੈ ਡੰਡੀ। ਵੱਖ-ਵੱਖ ਦੇਸ਼ਾਂ 'ਚ ਇਸ ਚੌਲ ਨੂੰ ਮਹਾਤਮਾ ਬੁੱਧ ਵੱਲੋਂ ਭਿਕਸ਼ੂਆਂ ਨੂੰ ਪ੍ਰਸ਼ਾਦ ਦੇਣ ਦੇ ਰੂਪ 'ਚ ਦਾਨ ਕੀਤੇ ਗਏ ਚੌਲ ਵਜੋਂ ਪੇਸ਼ ਕੀਤਾ ਜਾਵੇਗਾ ਡੰਡੀ। ਕਾਲਾ ਨਮਕ ਚੌਲ ਨੂੰ ਬੁੱਧ ਪੈਰੋਕਾਰਾਂ ਦੀ ਬਹੁਗਿਣਤੀ ਵਾਲੇ ਦੇਸ਼ਾਂ 'ਚ ਮਹਾਤਮਾ ਬੁੱਧ ਵੱਲੋਂ ਕਹੀ ਗਈ ਇਹ ਗੱਲ ਇਸ ਚੌਲ ਦੀ ਸ੍ਰੇਸ਼ਟ ਮਹਿਕ ਹਮੇਸ਼ਾ ਲੋਕਾਂ ਨੂੰ ਮੇਰੀ ਮਹਾਤਮਾ ਬੁੱਧ ਦੀ ਯਾਦ ਦਿਵਾਏਗੀ। ਨਾਲ ਪ੍ਰਚਾਰਿਤ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਡੰਡੀ। ਇਸੇ ਤਰ੍ਹਾਂ ਸਰਕਾਰ ਨੇ ਸੂਬੇ ਦੇ ਹਰ ਜ਼ਿਲ੍ਹੇ ਦੇ ਛੋਟੇ ਉਦਮੀਆਂ ਨੂੰ ਆਰਥਿਕ ਮਦਦ ਦੇ ਕੇ ਉਹਨਾਂ ਦੇ ਉਤਪਾਦਨ ਨੂੰ ਨਾ ਸਿਰਫ ਵਧਾਇਆ, ਸਗੋਂ ਬਾਜ਼ਾਰ ਵੀ ਮੁਹੱਈਆ ਕਰਵਾ ਕੇ ਉਹਨਾਂ ਦੇ ਆਰਥਿਕ ਵਿਕਾਸ ਦੇ ਦਰਵਾਜ਼ੇ ਖੋਲ੍ਹ ਦਿੱਤੇ ਡੰਡੀ।
ਚੀਨ ਨੂੰ ਆਪਣੀ ਹਮਲਾਵਰ ਰਣਨੀਤੀ 'ਤੇ ਮੁੜ ਤੋਂ ਵਿਚਾਰ ਕਰਨ ਅਤੇ ਵੰਡ ਲਈ ਸਹਿਮਤ ਹੋਣ 'ਤੇ ਮਜਬੂਰ ਹੋਣਾ ਪਿਆ। ਡੰਡੀ ਹਾਲਾਂਕਿ ਸਥਾਨਕ ਆਬਾਦੀ ਵੱਡੇ ਪੱਧਰ 'ਤੇ ਹਿੰਸਕ ਹਰਮਨ ਪਿਆਰੀ ਬਗਾਵਤ ਦਾ ਮੰਚਨ ਕਰਦੀ ਹੈ, ਜਿਵੇਂ ਕਿ 2016 'ਚ ਪਾਕਿਸਤਾਨ ਦੀ ਖੂਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ISI ਦੀ ਗਿਣੀ ਮਿਥੀ ਰਣਨੀਤੀ ਦੇ ਸਿੱਟੇ ਵਜੋਂ ਹੋਇਆ ਸੀ। ਡੰਡੀ ਇਹ ਭਾਰਤੀ ਫੋਰਸਾਂ ਨੂੰ ਪੱਛਮੀ ਅਤੇ ਉੱਤਰੀ ਦੋਹਾਂ ਹੱਦਾਂ ਲਈ ਤਬਦੀਲ ਕਰਨ ਦੀ ਇੱਕ ਚੁਣੌਤੀ ਭਰੀ ਗੱਲ ਹੋਵੇਗੀ। ਡੰਡੀ ਇਹ ਮਨੁੱਖੀ ਅਧਿਕਾਰ ਮੋਰਚੇ 'ਤੇ ਭਾਰਤ ਲਈ ਇੱਕ ਵੱਡੀ ਸ਼ਰਮਿੰਦਗੀ ਪੈਦਾ ਕਰੇਗੀ, ਕਿਉਂਕਿ ਭਾਰਤੀ ਫੌਜਾਂ ਨੂੰ ਆਪਣੇ ਲਈ ਸੁਰੱਖਿਅਤ ਮਾਰਗ ਲੈਣ ਲਈ ਨਾਗਰਿਕਾਂ ਨੂੰ ਮਾਰਨਾ ਹੋਵੇਗਾ। ਡੰਡੀ ਅਜਿਹੀ ਹਾਲਤ 'ਚ ਦੁਸ਼ਮਣ ਫੌਜ ਦੇ ਭਾਰਤੀ ਖੇਤਰ 'ਚ ਅੱਗੇ ਵਧਣ ਅਤੇ ਕੌਮਾਂਤਰੀ ਦਖਲ ਅੰਦਾਜ਼ੀ ਦਾ ਸੱਦਾ ਦਿੱਤੇ ਜਾਣ ਦੀ ਸੰਭਾਵਨਾ ਹੈ। ਡੰਡੀ ਇਹ ਇੱਕ ਅਜਿਹਾ ਦ੍ਰਿਸ਼ ਹੋਵੇਗਾ ਜਿਸ ਨੂੰ ਪਾਕਿਸਤਾਨ ਹਮੇਸ਼ਾ ਤੋਂ ਚਾਹੁੰਦਾ ਹੈ। ਡੰਡੀ ਉੱਪਰ ਚਰਚਾ 'ਚ ਆਇਆ ਹੈ ਦ੍ਰਿਸ਼ ਗੈਰ ਅਸਲ ਨਹੀਂ ਹੈ। ਡੰਡੀ ਬੀਤੇ ਸਮੇਂ ਦੌਰਾਨ ਕਸ਼ਮੀਰ ਵਾਦੀ ਨੇ 2008, 2009, 2010 ਅਤੇ 2016 'ਚ ਹਿੰਸਕ ਨਾਗਰਿਕ ਅਸ਼ਾਂਤੀ ਵੇਖੀ ਹੈ। ਡੰਡੀ 2016 'ਚ ਅੱਤਵਾਦੀ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਅਸ਼ਾਂਤੀ ਨਜ਼ਰ ਆਈ ਸੀ। ਡੰਡੀ ਇਸ ਘਟਨਾ ਦੇ 2 ਹਫ਼ਤੇ ਪਿੱਛੋਂ ਪੁਲਿਸ ਫਾਇਰਿੰਗ 'ਚ 46 ਲੋਕ ਮਾਰੇ ਗਏ। ਡੰਡੀ ਤਾਜ਼ਾ ਡੈਡਲਾਕ ਦੌਰਾਨ ਜਦੋਂ 2 ਫਰੰਟ ਵਾਲੀ ਜੰਗ ਦੀ ਸੰਭਾਵਨਾ ਬਣ ਰਹੀ ਸੀ ਤਾਂ ਭਾਰਤ ਨੂੰ ਇੱਕ ਬੁਰੇ ਸੁਪਨੇ ਦਾ ਡਰ ਸੀ। ਡੰਡੀ ਖਾਸ ਤੌਰ 'ਤੇ 5 ਅਗਸਤ 2019 ਨੂੰ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਪਿੱਛੋਂ ਜ਼ਮੀਨੀ ਪੱਧਰ 'ਤੇ ਭਾਰਤ ਵਿਰੋਧੀ ਭਾਵਨਾਵਾਂ ਦਾ ਬੇਮਿਸਾਲ ਉੱਚ ਪੱਧਰ ਵੇਖਿਆ ਗਿਆ। ਡੰਡੀ ਦਹਾਕਿਆਂ ਤੋਂ ਪਾਕਿਸਤਾਨੀ ਸਪਾਂਸਰਡ ਅੱਤਵਾਦ, ਬੁਨਿਆਦੀ ਢਾਂਚਾ, ਟੈਰਰ ਫੰਡਿੰਗ, ਵੱਖਵਾਦ, ਭ੍ਰਿਸ਼ਟਾਚਾਰ ਅਤੇ ਧਾਰਮਿਕ ਕੱਟੜਤਾ ਨੂੰ ਹੋਰ ਖੁਸ਼ਹਾਲ ਕੀਤਾ ਗਿਆ। ਡੰਡੀ ਅੱਤਵਾਦ 'ਚ ਨਿਵੇਸ਼ ਦੀ ਪਾਕਿਸਤਾਨ ਦੀ 30 ਸਾਲਾ ਯੋਜਨਾ ਨੂੰ ਇਸ ਕਾਰਨ ਡੂੰਘਾ ਝਟਕਾ ਲੱਗਾ। ਡੰਡੀ 5 ਅਗਸਤ 2019 ਤੋਂ ਬਾਅਦ ਪਾਕਿਸਤਾਨ ਅਖੌਤੀ ਜੰਗ ਰਾਹੀਂ ਅੱਤਵਾਦੀ ਹਮਲੇ ਕਰਨ ਅਤੇ ਅਸ਼ਾਂਤੀ ਫੈਲਾਉਣ 'ਚ ਅਸਫਲ ਰਿਹਾ ਹੈ। ਡੰਡੀ ਇਹ ਮਹਿਸੂਸ ਕਰਦੇ ਹੋਏ ਕਿ ਕਸ਼ਮੀਰ ਆਪਣੇ ਕੰਟਰੋਲ ਤੋਂ ਬਾਹਰ ਹੋ ਸਕਦਾ ਹੈ, ਪਾਕਿਸਤਾਨ ਨੇ ਭਾਰਤ ਵਿਰੁੱਧ ਆਮ ਲੋਕਾਂ 'ਚ ਨਾਰਾਜ਼ਗੀ, ਗੁੱਸਾ ਅਤੇ ਨਫ਼ਰਤ ਨੂੰ ਹੱਲਾਸ਼ੇਰੀ ਦੇਣ ਲਈ ਵੱਡੇ ਪੱਧਰ 'ਤੇ ਯਤਨ ਸ਼ੁਰੂ ਕੀਤੇ। ਡੰਡੀ ਇਸ ਵਾਰ ਤੁਰਕੀ ਵੀ ਰਜਬ ਤਬੀਅਬ ਇਰਦੋਗਨ ਦੀ ਅਗਵਾਈ 'ਚ ਭਾਰਤ ਵਿਰੋਧੀ ਯਤਨਾਂ 'ਚ ਸ਼ਾਮਲ ਹੋ ਗਿਆ ਹੈ। ਡੰਡੀ ਨੌਜਵਾਨ ਦਿਮਾਗਾਂ ਨੂੰ ਲੁਭਾਉਣ ਲਈ ਤੁਰਕੀ ਅਤੇ ਪਾਕਿਸਤਾਨ 'ਚ ਭੜਕਾਊ ਸੰਗੀਤ ਵੀਡੀਓ ਅਤੇ ਰੈਪ ਵੀਡੀਓ ਬਣਾਏ ਗਏ ਜੋ ਕਸ਼ਮੀਰ 'ਚ ਬਹੁਤ ਹਰਮਨ ਪਿਆਰੇ ਹੋਏ। ਡੰਡੀ ਨੇੜੇ ਭਵਿੱਖ ਵਿੱਚ ਵਿਰੋਧ ਅੰਦੋਲਨ ਨੂੰ ਵਧਾਉਣ ਲਈ ਪਾਕਿਸਤਾਨ, ਚੀਨ ਅਤੇ ਤੁਰਕੀ ਇਕੱਠੇ ਹੋ ਸਕਦੇ ਹਨ। ਡੰਡੀ ਅਜਿਹੀ ਹਾਲਤ 'ਚ ਭਾਰਤ ਲਈ ਕਈ ਗੱਲਾਂ ਗੁੰਝਲਦਾਰ ਹੋ ਸਕਦੀਆਂ ਹਨ। ਡੰਡੀ